ਸ੍ਰੀ ਵਾਹਿਗੁਰੂ ਸਾਹਿਬ ਜੀਓ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਮਹਾਰਾਜ। ਨਾਰਾਇਣ ਨਰਪਤ ਨਮਸਕਾਰ। ਐਸੇ ਗੁਰ ਕਾ ਬਲ ਬਲ ਜਾਈਐ, ਆਪ ਮੁਕਤ ਮੋਹਿ ਤਾਰੈ। ਅੰਮ੍ਰਿ ਦ੍ਰਿਸ਼ਟ ਸੁਭ ਕਰੈ, ਹਰੈ ਅਗ ਪਾਪ ਸਕਲ ਮਲ। ਕਾਮ ਕ੍ਰੋਧ ਅਰ ਲੋਭ ਮੋਹ, ਵਸ ਕਰੈ ਸਭੈ ਬਲ। ਸਦਾ ਸੁਖ ਮਨ ਵਸੈ, ਦੁਖ ਸੰਸਾਰ ਖੋਵੈ। ਗੁਰ ਨਵ ਨਿਧ ਦਰਿਆਉ, ਜਨਮ ਗਮ ਕਾਲਿਕ ਧੋਵੈ। ਸੋ ਕਗੁ ਟਲ ਗੁਰ ਸੇਵੀਐ, ਅਗਨਿਸ ਸਗਜ ਸੁਭਾਗ। ਦਰਸ਼ਨ ਪਰਸੈ ਗੁਰੂ ਕੈ, ਜਨਮ ਮਰਨ ਦੁਖ ਹੋਵੈ। ਸਿਫਤ ਖਸਾਮਦੀ, ਨੂਰ ਅਰਸਾ ਕੁਰਸਾ। ਤੁਧ ਡਿਠੇ ਸੱਚੇ ਪਾਤਸ਼ਾਹ, ਮਲ ਜਨਮ ਜਨਮ ਦੀ। ਸੱਜਣ ਸੱਚਾ ਪਾਤਸ਼ਾਹ, ਸਿਰ ਸਾਗਾਂਦ। ਜਿਸ ਪਾਸ ਬੈਠਿਆ ਸੋਗੀਐ, ਸਭਨਾ ਦਾ। ਜਿਸ ਪਾਸ ਬੈਠਿਆ ਸੋਗੀਐ, ਸਭਨਾ ਦਾ ਵਿਸਾਗੋ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਸੋਰਠ ਮਹੱਲਾ ਨੌਵਾਂ। ਮਨ ਰੇ ਕੌਣ ਕੁਮਤ ਤੈ ਲੀਨੀ, ਪਰਦਾਰਾ ਨਿੰਦਿਆ ਰਸ ਰਚਿਓ। ਰਾਮ ਭਗਤ ਨਗ ਕੀਨੀ, ਮਨ ਰੇ ਕੌਣ ਕੁਮਤ ਤੈ ਲੀਨੀ। ਪਰਦਾਰਾ ਨਿੰਦਿਆ ਰਸ ਰਚਿਓ। ਰਾਮ ਭਗਤ ਨਗ ਕੀਨੀ। ਰੰਗਾਉ ਮੁਕਤ ਪੰਥ ਜਾਣਿਓ ਤੈ ਨਾਗਨ, ਧਨ ਜੋਰ ਨਕਾ ਧਾਇਆ। ਅੰਤ ਸੰਗ ਕਾਹੂ ਨਹੀਂ ਦੀਨਾ, ਬਿਰਥਾ ਆਪ ਬੰਧਾਇਆ। ਨਾ ਘਰ ਭਜਿਓ, ਨਾ ਗੁਰ ਜਨ ਸੇਵਿਓ। ਨਗ ਉਪਜਿਓ ਕਛ ਗਿਆਨਾ, ਘਟ ਕੀ ਮਾਂਗੇ ਨਿਰੰਜਨ ਤੇਰਾ। ਤੈ ਖੋਜਤ ਉਦਿਆਨਾ, ਬਹੁਤ ਜਨਮ ਭਰਮਤ ਤੈ ਹਾਰਿਓ।
ਅਸਥਿਰ ਮਤ ਨਹੀਂ ਪਾਈ। ਮਾਨਸ ਦੇਹ ਪਾਏ ਪਾਦ ਹਰ ਭਾਜ, ਨਾਨਕ ਬਾਤ ਬਤਾਈ। ਬਹੁਤ ਜਨਮ ਭਰਮਤ ਤੈਗਾਰਿਓ, ਅਸਥਿਰ ਮਤ ਨਹੀਂ ਪਾਈ। ਮਾਨਸ ਦੇਹ ਪਾਏ ਪਾਦ ਹਰ ਭਾਜ, ਨਾਨਕ ਬਾਤ ਬਤਾਈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨ ਧੰਨ ਸਤਿਗੁਰੂ ਚਵਰ ਛਤਰ ਸਿੰਘਾਸਨ ਦੇ ਮਾਲਕ, ਗਰੀਬ ਨਿਵਾਜ ਭਗਤ ਵਤਸਲ ਸ੍ਰੀ ਗੁਰੂ ਗ੍ਰੰਥ ਸਾਹਿਬ ਜੀਓ ਮਹਾਰਾਜ। ਸਤਿਗੁਰਾਂ ਦੀ ਅਪਾਰ ਬਖਸ਼ਿਸ਼ ਕਿਰਪਾ ਹੋਈ ਹੈ। ਅੰਮ੍ਰਿਤ ਵੇਲਾ ਸਚ ਨਾਉ ਵਡਿਆਈ ਵਿਚਾਰ, ਕਰਮੀ ਆਵੈ ਕੱਪੜਾ ਨਦਰੀ ਮੋਖ ਦੁਆਰ। ਅੰਮ੍ਰਿਤ ਵੇਲੇ ਦੀ ਦਾਤ ਸਤਿਗੁਰਾਂ ਨੇ ਟੁੱਟ ਕਰਕੇ ਆਪਾਂ ਸੰਗਤਾਂ ਨੂੰ ਬਖਸ਼ਿਸ਼ ਕੀਤੀ ਹੈ। ਜੋ ਵੀ ਸੰਗਤ ਗੁਰੂ ਚਰਨਾਂ ਵਿੱਚ ਪਹੁੰਚੇ ਹੋ, ਵਡਭਾਗੇ ਹੋ। ਸਭ ਸੰਗਤਾਂ ਦੀ ਹਾਜ਼ਰੀ ਸਤਿਗੁਰੂ ਜੀ ਪ੍ਰਵਾਨ ਕਰਨ। ਗੁਰਸਿੱਖੀ ਦੀ ਦਾਤ, ਨਾਮ ਦੀ ਦਾਤ ਸਭ ਸੰਗਤਾਂ ਨੂੰ ਬਖਸ਼ਿਸ਼ ਕਰਨ ਮਹਾਰਾਜ। ਸਤਿਗੁਰਾਂ ਦੇ ਗਜੂਰ ਅੰਮ੍ਰਿਤ ਵੇਲੇ ਤੋਂ ਲੈ ਕਰਕੇ ਪਾਵਨ ਅਸਥਾਨਾਂ 'ਤੇ ਨਿਤਨੇਮ ਦੀਆਂ ਬਾਣੀਆਂ ਦੇ ਜਾਪ ਹੋਏ ਨੇ ਅਤੇ ਐਤਵਾਰ ਦਾ ਦਿਨ ਜਾਣ ਕਰਕੇ ਹਰ ਐਤਵਾਰ ਦੀ ਤਰ੍ਹਾਂ ਸੁਖਮਨੀ ਸੁਖ ਅੰਮ੍ਰਿਤ ਪ੍ਰਭ ਨਾਮ, ਭਗਤ ਜਨਾ ਕੈ ਮਨ ਵਿਸਰਾਮ। ਪਾਵਨ ਬਾਣੀ ਸ੍ਰੀ ਸੁਖਮਨੀ ਸਾਹਿਬ ਜੀ ਦੇ ਜਾਪ ਹੋਏ ਨੇ। ਉਪਰੰਤ ਅਰਦਾਸ ਬੇਨਤੀ ਹੋਈ ਹੈ ਅਤੇ ਸਤਿਗੁਰਾਂ ਨੇ ਪਾਵਨ ਹੁਕਮ ਆਪਾਂ ਸੰਗਤਾਂ ਨੂੰ ਬਖਸ਼ਿਸ਼ ਕੀਤਾ ਹੈ। ਅੱਜ ਦਾ ਫਰਮਾਨ ਪਾਵਨ ਅੰਗ 631 ਅਤੇ 632 'ਤੇ ਸੁਸ਼ੋਭਿਤ ਹੈ, ਬਖਸ਼ਿਸ਼ ਹੋਇਆ। ਸੋਰਠ ਰਾਗ ਦੇ ਵਿੱਚ ਨੌਵੇਂ ਪਾਤਸ਼ਾਹ ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ, ਸਤਿਗੁਰਾਂ ਨੇ ਕਿਰਪਾ ਕੀਤੀ ਹੈ। ਮਨ ਰੇ ਕੌਣ ਕੁਮਤ ਤੈ ਲੀਨੇ, ਪਰਦਾਰਾ ਨਿੰਦਿਆ ਰਸ ਰਚਿਓ, ਰਾਮ ਭਗਤ ਨਹਿ ਕੀਨੇ। ਸਤਿਗੁਰੂ ਉਪਦੇਸ਼ ਬਖਸ਼ਿਸ਼ ਕਰਦੇ ਨੇ ਕਿ ਹੇ ਮਨ, ਤੂੰ ਕੁਮਤ ਹੁੰਦੀ ਭੈੜੀ ਮੱਤ, ਜੋ ਸੰਸਾਰੀ ਮੱਤ, ਸੋ ਵਿਕਾਰੀ ਮੱਤ। ਇੱਕ ਇਹੋ ਜਿਹੀ ਕੁਮਤ ਨੂੰ ਤੂੰ ਧਾਰਨ ਕੀਤਾ, ਗੁਰੂ ਦੀ ਮੱਤੀ ਨਹੀਂ ਲਈ ਹੈ। ਗੁਰੂ ਕੀ ਸੰਗਤ ਵਿੱਚੋਂ ਪਾਵਨ ਉਪਦੇਸ਼ ਇਹ ਸਮਝ ਨਹੀਂ ਲਈ ਹੈ, ਸਗੋਂ ਭੈੜੀ ਸੰਗਤ ਕਰਕੇ ਮਨਮੁਖਾਂ ਸਾਗਤਾਂ ਦੀ ਸੰਗਤ ਵਿੱਚ ਹੋ ਕਰਕੇ ਕੁਮਤ ਨੂੰ ਧਾਰਨ ਕੀਤਾ ਹੋਇਆ। ਕਿਹੜੀ ਕੁਮਤ ਲਈ ਹੋਈ? ਪਰਦਾਰਾ ਨਿੰਦਿਆ ਰਸ ਰਚਿਓ, ਰਾਮ ਭਗਤ ਨਹਿ ਕੀਨੇ। ਸੋ ਨਿੰਦਿਆ, ਚੁਗਲੀ, ਇਹ ਰਸ ਪਰਾਇਆ ਤਨ, ਧਨ ਆਦਿਕ, ਇਹਨਾਂ ਰਸਾਂ ਕਸਿਆਂ ਵਿੱਚ ਸੋ ਤੇਰੀ ਬਿਰਤੀ ਉਹ ਫਸੀ ਹੋਈ।
ਇਹ ਭੈੜੀ ਕੁਮੱਤ ਜਿਹੜੀ ਹੈ ਜੋ ਨਹੀਂ ਲੈਣੀ ਚਾਹੀਦੀ, ਇਹ ਲਈ ਹੋਈ ਹੈ। ਰਾਮ ਭਗਤ ਨੇ ਕੀਨੇ, ਜੋ ਗੁਰੂ ਦੀ ਮੱਤ ਲੈ ਕਰਕੇ ਉਹ ਪ੍ਰਮਾਤਮਾ ਵਾਹਿਗੁਰੂ ਦੀ ਭਗਤੀ ਕਰਨੀ ਸੀ, ਇਹ ਜੋ ਗੁਰੂ ਮੱਤ ਹੈ ਇਹ ਤਿਆਗ ਦਿੱਤੀ, ਇਹ ਨਹੀਂ ਗ੍ਰਹਿਣ ਕਰਨਾ ਕੀਤੀ ਹੈ। ਸੋ ਰਾਮ ਭਗਤ ਨੇ ਕੀਨੇ, ਭਗਤੀ ਵਾਸਤੇ ਬੰਦਗੀ ਵਾਸਤੇ ਜੀਵਨ ਮਿਲਿਆ ਹੋਇਆ, ਇਹ ਦੇਹ ਹੀ ਮਿਲੀ ਹੋਈ ਹੈ ਨਾਮ ਜਪਣ ਵਾਸਤੇ। ਸੋ ਪ੍ਰਮਾਤਮਾ ਵਾਹਿਗੁਰੂ ਜੋ ਰਾਮ ਸਭਨਾ ਘਟਾਂ ਵਿੱਚ ਰਮਿਆ ਹੋਇਆ, ਉਹਦੀ ਭਗਤੀ ਨਹੀਂ ਕੀਤੀ ਹੈ। ਸੋ ਮੁਕਤ ਪੰਥ ਜਾਣਿਓ ਤੈ ਨਾਹਨ, ਧਨ ਜੋਰਨ ਕਾ ਧਾਇਆ, ਅੰਤ ਸੰਗ ਕਾਹੂ ਨਹੀਂ ਦੀਨਾ, ਬਿਰਥਾ ਆਪ ਵਧਾਇਆ। ਮੁਕਤੀ ਦਾ ਰਸਤਾ ਜਿਹੜਾ ਜੋ ਗੁਰੂ ਸਾਹਿਬ ਦੇ ਰਹੇ ਨੇ, ਧੰਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੇ ਪਾਵਨ ਚਰਨਾਂ ਨਾਲ ਜੁੜਿਆਂ ਪ੍ਰਾਪਤ ਹੁੰਦਾ, ਉਹ ਰਸਤਾ ਨਹੀਂ ਤੂੰ ਲੈਣਾ ਕੀਤਾ। ਸੋ ਕੁਮੱਤ ਪਰਮੇਸ਼ਰ ਤੋਂ ਜੋ ਦੂਰ ਰਸਤਾ ਖੜਦਾ, ਉਸ ਰਸਤੇ 'ਤੇ ਚੱਲਿਆ ਹੋਇਆ। ਮੁਕਤ ਪੰਥ, ਮੁਕਤੀ ਦਾ ਮਾਰਗ ਜਿਹੜਾ ਇਹ ਤੂੰ ਜਾਣਨਾ ਨਹੀਂ ਕੀਤਾ, ਗਿਆਨ ਨਹੀਂ ਲੈਣਾ ਕੀਤਾ। ਧਨ ਜੋਰਨ ਕਾ ਵਧਾਇਆ, ਜੋ ਸੰਸਾਰੀ ਪਦਾਰਥ ਨੇ ਮਾਇਆ ਆਦਿਕ, ਇਹਨਾਂ ਨੂੰ ਜੋੜਨ 'ਤੇ ਲੱਗਾ ਹੋਇਆ। ਇਹਨਾਂ ਵਿੱਚੋਂ ਅੰਤ ਸੰਗ ਕਾਹੂ ਨਹੀਂ ਦੇਣਾ, ਅੰਤਲੇ ਸਮੇਂ ਇਹ ਤਾਂ ਸਾਰਾ ਕੁਝ ਇੱਥੇ ਹੀ ਰਹਿ ਜਾਣਾ, ਸੰਗ ਤੇ ਇੱਕ ਚੀਜ਼ ਵੀ ਨਹੀਂ ਜਾਣੀ। ਬਿਰਥਾ ਹੀ ਆਪ ਵਧਾਇਆ ਹੋਇਆ, ਤੂੰ ਆਪਣੇ ਆਪ ਨੂੰ ਬਿਰਥਾ ਹੀ ਬੰਨਿਆ ਹੋਇਆ। ਫਿਰ ਇਹਨਾਂ ਦੇ ਨਾਲ, ਪਦਾਰਥਾਂ ਦੇ ਨਾਲ, ਮਾਇਆ ਮੋਹ ਸੰਸਾਰ ਦੇ ਨਾਲ ਆਪਣੇ ਆਪ ਨੂੰ ਜੋ ਅਜਾਈ ਹੀ ਜਾਣ ਵਾਲਾ ਅਤੇ ਆਪਣੇ ਆਪ ਨੂੰ ਬੰਨਿਆ ਹੋਇਆ ਇਹਨਾਂ ਦੇ ਵਿੱਚ। ਸੋ ਮੁਕਤੀ ਦਾ ਮਾਰਗ ਜਿਹੜਾ ਹੈ, ਇਹਨਾਂ ਤੋਂ ਛੁਟਕਾਰੇ ਦਾ, ਸੰਸਾਰ ਤੋਂ ਜੋ ਛੁਟਕਾਰਾ ਹੋ ਜਾਵੇ, ਉਹ ਪੰਥ ਧੰਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਨੇ ਦੱਸਣਾ ਆਪਾਂ ਨੂੰ। ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੀ ਕਿਰਪਾ ਦੇ ਦੁਆਰਾ ਪ੍ਰਾਪਤ ਹੋਣਾ ਹੈ। ਸੋ ਇਹ ਰਸਤਾ ਨਹੀਂ ਤੂੰ ਲੈਣਾ ਕੀਤਾ ਹੈ, ਗੁਰੂ ਦੀ ਮੱਤ ਨਹੀਂ ਲੈਣੀ ਕੀਤੀ ਹੈ। ਰਾਮ ਭਗਤ ਨੇ ਕੀਨੇ, ਸੋ ਬੰਦਗੀ ਨਹੀਂ ਕੀਤੀ ਹੈ, ਸਗੋਂ ਉੱਪਰੋਂ ਇਹ ਦੇਹੀ ਦਿੱਤੀ ਹੋਈ ਦਾ ਸ਼ੁਕਰਾਨਾ ਕਰਨ ਦੀ ਬਜਾਏ ਹੋਰ ਪਾਪ ਨਿੰਦਿਆ ਚੁਗਲੀ ਰਸ ਆਦਿਕ, ਪਦਾਰਥਾਂ ਦੇ ਰਸ ਆਦਿਕ, ਇੱਧਰ ਨੂੰ ਸਮਾਂ ਜਿਹੜਾ ਲਾਇਆ ਹੋਇਆ, ਇਹ ਤੋਂ ਵਰਜਦੇ ਨੇ ਮਹਾਰਾਜ। ਸੋ ਸਮੱਤ ਬਖਸ਼ਿਸ਼ ਕਰਦੇ ਨੇ। ਸੋ ਰਹਿਮਤ ਰੱਖਣ ਸਤਿਗੁਰੂ। ਬੰਦਗੀ ਕਰਿਆ ਕਰੋ, ਬਾਣੀ ਪੜ੍ਹਿਆ ਕਰੋ, ਨਿਤਨੇਮੀ ਹੋਵੋ, ਮੂਲ ਮੰਤਰ ਦਾ ਜਾਪ, ਵਾਹਿਗੁਰੂ ਗੁਰਮੰਤਰ ਦਾ ਅਭਿਆਸ, ਇਹ ਹਰ ਗੁਰਸਿੱਖ ਜ਼ਰੂਰ ਕਰਿਆ ਕਰੋ। ਸਤਿਗੁਰੂ ਬਖਸ਼ਿਸ਼ਾਂ ਰਹਿਮਤਾਂ ਰੱਖਣ। ਨਾਮ ਦੀ ਦਾਤ, ਗੁਰਸਿੱਖੀ ਦੀ ਦਾਤ ਸਭ ਸੰਗਤਾਂ ਨੂੰ ਬਖਸ਼ਿਸ਼ ਕਰਨ ਮਹਾਰਾਜ। ਲੜੀਵਾਰ ਕਥਾ ਜੋ ਜਪਜੀ ਸਾਹਿਬ ਦੇ ਵਿੱਚ ਹਾਜ਼ਰੀ ਭਰ ਰਹੇ ਸਾਂ, ਭਗਤ ਨਵੇਂ ਪ੍ਰਕਾਰ। ਸੋ 11ਵੀਂ ਪੌੜੀ ਜਪਜੀ ਸਾਹਿਬ ਜੀ ਦੀ ਸ਼ਰਵਣ ਦਾ ਮਹਾਤਮ ਸਿੱਧਾਂ ਦੇ ਤਾਈਂ ਸਤਿਗੁਰੂ ਬਖਸ਼ਿਸ਼ ਕਰ ਰਹੇ ਨੇ। ਸੋ ਨਾਨਕ ਭਗਤਾਂ ਸਦਾ ਵਿਗਾਸ, ਭਗਤੀ ਕਰਨ ਵਾਲਾ ਭਗਤ, 9 ਪ੍ਰਕਾਰ ਦੀ ਭਗਤੀ ਇਹਦੇ ਵਿੱਚ ਹਾਜ਼ਰੀ ਭਰ ਰਹੇਗਾ। ਪਹਿਲੀ ਭਗਤੀ ਹੈ ਸ਼ਰਵਣ ਭਗਤੀ, ਦੂਸਰੀ ਕੀਰਤਨ ਭਗਤੀ, ਤੀਸਰੀ ਸਿਮਰਨ ਭਗਤੀ, ਚੌਥੀ ਚਰਨ ਸੇਵਾ ਭਗਤੀ, ਸੋ ਪੰਜਵੀਂ ਅਰਚਨ ਭਗਤੀ, ਅਰਚਨਾ ਪੂਜਾ ਅਰਚਨਾ, ਇਹਦੇ ਵਿੱਚ ਹਾਜ਼ਰੀ ਭਰ ਰਹੇਗਾ। ਸੋ ਤੇਰਾ ਨਾਮ ਕਰੀ ਤਨ ਨਾਠੀਆ, ਜੇ ਮਨ ਉਰਸਾ ਹੋਏ। 2 ਪ੍ਰਕਾਰ ਦੀ ਪੂਜਾ, ਅੰਤਰੀਵ ਅਤੇ ਬਾਂਗਰੀ। ਸੋ ਬਾਂਗਰੀ ਦੇਹੀ ਦੇ ਨਾਲ ਸਤਿਗੁਰਾਂ 'ਤੇ ਸੁਗੰਧੀ ਛਿੜਕਣੇ, ਫੂਲ ਮਾਲਾ ਆਦਿਕ ਇਹ ਭੇਟਾ ਕਰਨਾ, ਅਗਰਬੱਤੀ ਧੂਪ ਆਦਿਕ ਭੇਟਾ ਕਰਨਾ, ਪੂਜਾ ਕਰਨੀ, ਕੋਈ ਚੀਜ਼ ਨੂੰ ਅਰਪਣ ਕਰਨਾ, ਭਾਵਨਾ ਬਣਾ ਕਰਕੇ ਸ਼ਰਧਾ ਦੇ ਨਾਲ। ਅੰਤਰੀਵ ਪੂਜਾ ਜਿਹੜੀ ਹੈ, ਮਨ ਨੂੰ ਟਿਕਾ ਕਰਕੇ ਇੱਕ ਥਾਂ 'ਤੇ ਲਿਵਲੀਨ ਹੋ ਕਰਕੇ, ਸੋ ਨਾਮ ਨੂੰ ਹੀ ਚੰਦਨ ਖੁਸ਼ਬੂ ਬਣਾ ਲੈਣਾ, ਮਨ ਨੂੰ ਰੋਕ ਕਰਕੇ ਫੁਰਨਿਆਂ ਨੂੰ ਨਾਮ ਦੇ ਨਾਲ ਜੋੜਨਾ।
ਕਰਨੀ ਕੁੰਗੂ, ਅਤੇ ਆਚਾਰ ਵਿਹਾਰ ਜਿਹੜਾ ਸ਼ੁਭ ਕਰਨਾ, ਸ਼ੁੱਧ ਕਰਨਾ, ਆਪਣਾ ਕਰਮ ਜਿਹੜੇ ਸ਼ੁੱਧ ਕਰਨੇ, ਐਸਾ ਕੇਸਰ ਲਾ ਕਰਕੇ ਘਟ ਅੰਤਰ ਪੂਜਾ ਹੋਏ। ਇਹ ਸਰੀਰ ਦੇ ਅੰਦਰੋਂ ਉਸ ਵਾਹਿਗੁਰੂ ਦੀ ਪੂਜਾ ਕਰਨਾ ਹੈ। ਇਸ ਪ੍ਰਕਾਰ ਦੀ ਪੂਜਾ ਅੰਤਰੀਵ ਹੈ। ਸੋ ਮਨ ਸੰਪਟ ਜਿਤ ਸਤ ਸਰਨਾਵਨ, ਭਾਵਨ ਪਾਤੀ ਤ੍ਰਿਪਤ ਕਰੇ, ਪੂਜਾ ਪ੍ਰਾਣ ਸੇਵਕ ਜੇ ਸੇਵੈ, ਇਨ ਬਿਦ ਸਾਗ ਬ੍ਰਹਮ ਤਰਗ ਹੈ। ਐਸੀ ਭਾਵਨਾ ਬਣਾ ਕਰਕੇ ਮਨ ਨੂੰ ਸੰਪਟ ਰੋਕਣਾ। ਸੋ ਜਿਤ ਸਤ ਸਰਨਾਵਨ, ਗੁਰੂ ਕੀ ਸੰਗਤ ਵਿੱਚ ਮਨ ਨੂੰ ਟਿਕਾਉਣਾ। ਇਹ ਸਰੋਵਰ ਹੈ ਸਾਧ ਸੰਗਤ, ਇਹਦੇ ਵਿੱਚ ਮਨ ਦਾ ਇਸ਼ਨਾਨ ਕਰਾਉਣਾ। ਸੋ ਭਾਵਨਾ ਦੇ ਬੇਲ ਪੱਤਰ ਫੁੱਲ ਆਦਿਕ ਰੱਖਣੇ ਮਹਾਰਾਜ ਜੀ ਨੂੰ ਸ਼ਰਧਾ ਦੇ। ਸ਼ਰਧਾ ਜਿੰਨੀ ਮਨ ਵਿੱਚ ਹੋਵੇ ਫੁੱਲ ਸਮਝਣੇ ਮਹਾਰਾਜ ਜੀ ਨੂੰ ਅਰਪੇ ਹੋਏ। ਪੂਜਾ ਪ੍ਰਾਣ ਸੇਵਕ ਜੇ ਸੇਵ, ਐਸੀ ਭਾਵਨਾ ਬਣਾ ਕਰਕੇ ਆਪਾ ਭਾਵ ਸਤਿਗੁਰਾਂ ਨੂੰ ਅਰਪਣ ਕਰਕੇ, ਹਉਮੈ ਨੂੰ ਛੱਡ ਕਰਕੇ, ਸਾਰਾ ਕੁਛ ਕਰਤਾ ਪੁਰਖ ਸਤਿਗੁਰਾਂ ਨੂੰ ਜਾਣ ਕਰਕੇ। ਪੂਜਾ ਪ੍ਰਾਣ ਸੇਵਕ ਜੇ ਸੇਵੇ, ਆਪਣੇ ਮਨ ਤਨ ਪ੍ਰਾਣ ਜਿਹੜੇ ਸਤਿਗੁਰਾਂ ਨੂੰ ਅਰਪਣ ਕਰਕੇ ਭਾਵਨਾ ਸ਼ਰਧਾ ਦੇ ਨਾਲ। ਸੋ ਇਸ ਪ੍ਰਕਾਰ ਨਾਲ ਪ੍ਰਭੂ ਨਾਲ ਜੋ ਮਿਲਿਆ ਹੀ ਰਵੇ, ਲਿਵਲੀਨ ਹੋਇਆ ਰਵੇ, ਉਹਦੀ ਪੂਜਾ ਅੰਤਰੀ ਪ੍ਰਵਾਨ ਹੈ। ਸੋ ਇਹ ਵੀ ਹੁਕਮ ਕੀਤਾ ਮਹਾਰਾਜ ਨੇ, ਸੇਵਾ ਪੂਜਾ ਕਰਨੀ ਕਿਹਦੀ ਹੈ? ਹਰ ਕੀ ਤੁਮ ਸੇਵਾ ਕਰੋ, ਦੂਜੀ ਸੇਵਾ ਕਰੋ ਨਾ ਕੋਏ ਜੀ। ਪੂਜਾ ਕਰਨੀ ਹੈ, ਸੇਵਾ ਕਰਨੀ ਹੈ, ਤੇ ਹਰ ਦੀ ਕਰਨੀ, ਪਰਮੇਸ਼ਰ ਵਾਹਿਗੁਰੂ ਦੀ। ਦੂਜੀ ਸੇਵਾ ਨਹੀਂ ਕਰਨੀ ਕਿਸੇ ਹੋਰ ਦੀ। ਸੋ ਠਾਕੁਰ ਛੋੜ ਦਾਸੀ ਕਾ ਸਿਮਰਗ, ਇਹ ਨਹੀਂ ਕਰਨਾ। ਸੇਵਾ ਕਰਨੀ ਹੈ, ਭਾਵਨਾ ਸ਼ਰਧਾ ਬਣਾਉਣੀ ਹੈ। ਸੋ ਸਤਿਗੁਰਾਂ ਦੀ ਕਰਨੀ। ਧੰਨ ਗੁਰੂ ਗ੍ਰੰਥ ਸਾਹਿਬ ਜੀ, ਵਾਹੋ ਵਾਹੋ ਬਾਣੀ ਨਿਰੰਕਾਰ ਹੈ, ਤਿਸ ਜੀਵ ਡਬਰ ਨਾ ਕੋਈ, ਗੁਰ ਪਰਮੇਸ਼ਰ ਏਕੋ ਜਾਨ। ਸਤਿਗੁਰਾਂ ਦੀ ਸੇਵਾ ਕਰਨੀ ਹੈ, ਹੋਰ ਕਿਸੇ ਦੀ ਨਹੀਂ ਕਰਨੀ। ਸੋ ਹਰ ਕੀ ਤੁਮ ਸੇਵਾ ਕਰੋ, ਦੂਜੀ ਸੇਵਾ ਕਰੋ ਨਾ ਕੋਏ ਜੀ। ਹਰ ਕੀ ਸੇਵਾ ਤੇ ਮਨਹੁ ਚਿੰਦਿਆ ਫਲ ਪਾਈਐ, ਦੂਜੀ ਸੇਵਾ ਜਨਮ ਬਿਰਥਾ ਜਾਏ ਜੀ। ਸਤਿਗੁਰਾਂ ਦੀ ਸੇਵਾ ਬਿਰਥੀ ਨਹੀਂ ਜਾਂਦੀ। ਇੱਕ ਤਿਲ ਵੀ ਘਾਲ ਕਮਾਈ ਹੋਈ ਬਿਰਥਾ ਨਹੀਂ ਜਾਣ ਦਿੰਦੇ ਮਹਾਰਾਜ। ਸੰਸਾਰੀ ਰੂਪ ਵਿੱਚ ਜਿੰਨੀ ਮਰਜ਼ੀ ਸੇਵਾ ਕਰ ਲਓ, ਹੋਰ ਕਿਸੇ ਦੀ ਸਤਿਗੁਰਾਂ ਵਿੱਚੋਂ ਪਾਸੇ ਕਰਕੇ ਗੁਰੂ ਕੇ ਲੰਗਰ ਲਾਉਣੇ, ਹੋਰ ਸੇਵਾ ਕਰਨੀ ਹੈ ਸਤਿਗੁਰਾਂ ਦੀ ਸੇਵਾ, ਜਿਹਦੇ ਵਿੱਚ ਸਤਿਗੁਰੂ ਹਾਜ਼ਰ ਨਾਜ਼ਰ ਨੇ। ਸਤਿਗੁਰਾਂ ਦੇ ਵਾਸਤੇ ਜੋ ਕਾਰਜ ਕਰਦੇ ਉਹ ਸੇਵਾ ਸਤਿਗੁਰਾਂ ਦੀ ਹੈ। ਬਾਕੀ ਜੋ ਆਪਣੇ ਤਨ ਦੇ ਵਾਸਤੇ, ਪਰਿਵਾਰ ਦੇ ਵਾਸਤੇ, ਜਾਂ ਹੋਰ ਥੱਲੇ ਥੱਲੇ ਮੜੀਆਂ ਮਸਾਣਾ ਆਦਿਕ ਦੀ ਇੱਥੇ ਸੇਵਾ ਕਰਦੇ ਫਿਰ, ਕਿੱਡੇ ਕਿੱਡੇ ਮੇਲੇ ਲਾਉਂਦੇ, ਮਾਇਆ ਖਰਚ ਕਰੀ ਜਾਂਦੇ, ਕਿੰਨੀਆਂ ਤੇ ਸੇਵਾ ਕਰਦੇ। ਅਸੀਂ ਬੜੇ ਆਪਣੇ ਆਪ ਨੂੰ ਪੁੰਨੀ ਸਮਝਦੇ ਹੋਣੇ ਵੀ ਅਸੀਂ ਗ੍ਰਾਹੀ ਕਰਕੇ ਤੇ ਗਾਉਣ ਵਾਲੀ ਲਿਆਉਣੀ। ਸੋ ਆਪਣੇ ਆਪ ਨੂੰ ਪੁੰਨ ਸਮਝਦੇ ਹੈ, ਬੜੀ ਸ਼ਰਧਾ, ਬੜੀ ਭਾਵਨਾ ਵੀ ਸਾਡੀ। ਇਹ ਦੂਜੀ ਸੇਵਾ ਜਨਮ ਬਿਰਥਾ ਜਾਏ ਜੀ। ਇੱਥੇ ਜਨਮ ਬਿਰਥਾ ਜਾਣਾ, ਕੋਈ ਲਾਭ ਨਹੀਂ ਹੋਣਾ ਹੈ, ਕੋਈ ਪ੍ਰਾਪਤੀ ਨਹੀਂ ਹੋਣੀ। ਇਹਨਾਂ ਪੱਥਰਾਂ ਨੂੰ ਪੂਜ ਕਰਕੇ, ਕਬਰਾਂ ਨੂੰ ਪੂਜ ਕਰਕੇ, ਜਿੰਨੇ ਮਰਜ਼ੀ ਜੱਗ ਲਾ ਲਓ, ਜਿੰਨੇ ਮਰਜ਼ੀ ਪੈਸੇ ਇਕੱਠੇ ਕਰਕੇ, ਸੋ ਜੋ ਵੀ ਇਹ ਕਰਦੇ ਆ ਭਾਈ, ਇਹ ਸਾਰੀ ਆਪਣੇ ਆਪ ਨੂੰ ਸੇਵਾ ਨਾ ਸਮਝਣ। ਸਤਿਗੁਰਾਂ ਨੇ ਦੱਸਿਆ ਹੋਇਆ, ਦੂਜੀ ਸੇਵਾ ਜਨਮ ਬਿਰਥਾ ਜਾਏ ਜੀ। ਸੇਵਾ ਕਰਨੀ ਤੇ ਹਰ ਦੀ ਕਰਨੀ, ਸਤਿਗੁਰਾਂ ਦੀ। ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਸੇਵਾ ਕਰਨੀ ਹੈ, ਜਿਹਦੇ ਵਿੱਚ ਸਤਿਗੁਰੂ ਹਾਜ਼ਰ ਨਾਜ਼ਰ ਨੇ, ਉਹ ਸੇਵਾ ਸਤਿਗੁਰਾਂ ਦੀ ਹੈ। ਜਿਸ ਕਾਰਜ ਵਿੱਚੋਂ ਸਤਿਗੁਰੂ ਪਾਸੇ ਨੇ, ਉਹ ਸੇਵਾ ਸਤਿਗੁਰਾਂ ਦੀ ਨਹੀਂ। ਸੋ ਇਹ ਬਾਕੀ ਜੋ ਸੇਵਾ ਹੈ, ਇਹਦੇ ਨਾਲ ਜਨਮ ਬਿਰਥਾ ਜਾਂਦਾ, ਸਵਾਸ ਬਿਰਥੇ ਜਾਂਦੇ ਹੈ, ਕੁਛ ਪ੍ਰਾਪਤੀ ਨਹੀਂ ਹੁੰਦੀ ਹੈ। ਗੁਰੂ ਗ੍ਰੰਥ ਸਾਹਿਬ ਜੀ ਦੀ ਭਾਵਨਾ ਸ਼ਰਧਾ ਦੇ ਨਾਲ ਪੂਜਾ ਅਰਚਨਾ ਕਰਨੀ। ਦੂਜੇ ਪਾਸੇ ਹੋਰ ਵੀ ਦੱਸਿਆ ਹੋਇਆ ਮਹਾਰਾਜ ਜੀ ਨੇ, ਇੱਕ ਸੇਵਾ ਜਿਹੜੀ ਹੈ ਜਾਂ ਪੂਜਾ, ਇਹ ਗੁਰਮੁਖਾਂ ਨੂੰ ਭਾਉਂਦੀ ਮਹਾਰਾਜ ਜੀ ਦੀ। ਜਿਹੜੇ ਪਾਪੀ ਹੁੰਦੇ ਨੇ, ਜਿਨ੍ਹਾਂ ਆਪ ਕੁਛ ਕਰਨਾ ਨਹੀਂ, ਉਹਨਾਂ ਨੂੰ ਨਹੀਂ ਭਾਉਂਦੀ ਪੂਜਾ ਸਤਿਗੁਰਾਂ ਦੀ ਸੇਵਾ। ਕਬੀਰ ਪਾਪੀ ਭਗਤ ਨਾ ਭਾਵਈ, ਹਰ ਪੂਜਾ ਨਾ ਸੁਭਾਈ। ਪਾਪੀਆਂ ਨੂੰ, ਪਾਪ ਕਰਨ ਵਾਲੇ ਪਾਪੀ ਹੁੰਦੇ। ਸੋ ਜਿਨ੍ਹਾਂ ਨੇ ਆਪ ਕੁਛ ਨਹੀਂ ਕਰਨਾ ਪ੍ਰਭੂ ਨੂੰ ਪ੍ਰਾਪਤੀ ਵਾਸਤੇ, ਦੇਹੀ ਨਾਲ ਹੀ ਜਿਨ੍ਹਾਂ ਦਾ ਮੋਹ ਲੱਗਾ ਹੋਇਆ,
ਮਾਇਆ ਪਦਾਰਥਾਂ ਨਾਲ ਥੱਲੇ ਥੱਲੇ ਜਿਨ੍ਹਾਂ ਦਾ ਮੋਹ ਲੱਗਾ ਹੋਇਆ, ਜਿਨ੍ਹਾਂ ਦੇ ਬਹੁਤ ਪਾਪ ਇਕੱਠੇ ਹੋਏ ਨੇ ਕਰ ਕਰਕੇ ਵਿਕਾਰ ਆਦਿਕ, ਇਹਨਾਂ ਨੂੰ ਪੂਜਾ ਨਹੀਂ ਭਾਉਂਦੀ ਮਹਾਰਾਜ ਜੀ ਦੀ। ਕਬੀਰ ਪਾਪੀ ਭਗਤ ਨਾ ਭਾਵ, ਪਾਪੀਆਂ ਨੂੰ ਪਰਮੇਸ਼ਰ ਦੀ ਭਗਤੀ ਕਿੱਥੇ ਭਾਉਂਦੀ ਹੈ। ਜੇ ਕੋਈ ਕਰਦਾ ਉਹ ਵੀ ਚੰਗਾ ਨਹੀਂ ਲੱਗੇਗਾ। ਸੋ ਇਹਨਾਂ ਨੂੰ ਤਾਂ ਭਾਈ ਇਹਨਾਂ ਨੂੰ ਆਪਣੇ ਮਾੜੇ ਕਰਮਾਂ ਵਿੱਚ ਹੀ ਸੁੱਖ ਮਿਲਦਾ, ਆਪਣੇ ਆਪ ਨੂੰ ਸਮਝਦੇ ਉਹਨਾਂ ਵਿੱਚ ਹੀ ਤ੍ਰਿਪਤੀ ਮਿਲਦੀ ਹੈ। ਕਊਆ ਕਾਗ ਕਾ ਅੰਮ੍ਰਿਤ ਰਸ ਪਾਈਐ, ਤ੍ਰਿਪਤੈ ਵਿਸ਼ਟਾ ਖਾਏ ਮੁਖ ਗੋਹ ਹੈ। ਜਿਸ ਤਰ੍ਹਾਂ ਕਾਂ ਨੂੰ ਭਾਵੇਂ ਅੰਮ੍ਰਿਤ ਦਾ ਬਾਟਾ ਮਿੱਠਾ ਤਿਆਰ ਕਰਕੇ ਰੱਖ ਦਿਓ, ਉਹਨੂੰ ਉਹਦੇ ਵਿੱਚ ਤ੍ਰਿਪਤੀ ਨਹੀਂ ਆਉਂਦੀ ਜਿੰਨੇ ਚਿਰ ਤੱਕ ਗੋਹੇ ਦੇ ਵਿੱਚ ਜਾ ਕਰਕੇ ਚੁੰਝੜੀ ਨਾ ਮਾਰਦਾ, ਉਹਨੂੰ ਸ਼ਾਂਤੀ ਨਹੀਂ ਆਉਂਦੀ, ਉਹਨੂੰ ਉੱਥੇ ਹੀ ਆਨੰਦ ਜਿਹਾ ਆਉਂਦਾ। ਇਸੇ ਤਰ੍ਹਾਂ ਪਾਪੀਆਂ ਨੂੰ ਪਾਪ ਕਰਮਾਂ ਦੇ ਵਿੱਚ ਨਿੰਦਿਆ ਚੁਗਲੀ ਵਿੱਚ ਬੜਾ ਰਸ ਆਉਂਦਾ। ਜੇ ਕਿਤੇ ਉਪਦੇਸ਼ ਚੱਲਦਾ ਹੋਵੇ, ਬਾਣੀ ਚੱਲਦੀ ਹੋਵੇ, ਕੰਨਾਂ ਵਿੱਚ ਪੈ ਜਾਵੇ ਅਤੇ ਨਾਮ ਸੁਣ ਤੇ ਆਵੈ ਮਨ ਰੋਵੇ, ਇਹਨਾਂ ਨੂੰ ਕ੍ਰੋਧ ਆਉਂਦਾ। ਇਹ ਇਹਨਾਂ ਦੀ ਬਿਰਤੀਓ ਹੀ ਐਸੀ ਹੋ ਜਾਂਦੀ, ਇਹ ਕੀ ਪਈ ਬਾਣੀ ਚੱਲ ਪਈ ਹੈ, ਇਹ ਕੀ ਉਪਦੇਸ਼ ਹੋ ਰਿਹਾ, ਗਿਆਨ ਦੇਣ ਲੱਗ ਪਏ। ਉਹਨਾਂ ਦਾ ਮਨ ਅੰਦਰੋਂ ਕ੍ਰੋਧੀ ਹੁੰਦਾ। ਮਹਾਰਾਜ ਜੀ ਦੀਆਂ ਪਾਵਨ ਵਿਚਾਰਾਂ ਨੂੰ ਸੁਣ ਕਰਕੇ, ਗੁਰੂ ਦੀ ਗੱਲ ਸੁਣ ਕਰਕੇ ਇਹਨਾਂ ਨੂੰ ਕ੍ਰੋਧ ਆਵੇਗਾ। ਸੋ ਨਾਮ ਸੁਣ ਤੇ ਆਵੈ ਮਨ ਰੋਵੇ, ਰੋਹ ਵਿੱਚ ਆ ਜਾਂਦੇ, ਕਿਉਂਕਿ ਪਾਪੀ ਭਗਤ ਨਾ ਭਾਵ, ਇਹਨਾਂ ਨੂੰ ਪਰਮੇਸ਼ਰ ਦੀ ਭਗਤੀ ਨਹੀਂ ਭਾਉਂਦੀ ਹੈ। ਹਰ ਪੂਜਾ ਨਾ ਸੁਹਾਏ, ਇਹ ਪੂਜਾ ਤਾਂ ਗੁਰਮੁਖਾਂ ਦੇ ਹਿੱਸੇ ਵਿੱਚ ਆਈ ਹੋਈ। ਜੋ ਜੋ ਸੇਵਾ ਕਿਸੇ ਨੂੰ ਮਿਲੀ ਹੋਈ ਹੈ ਨਾ, ਗੁਰੂ ਸਾਹਿਬ ਦੀ ਸਮਝੋ ਕਿਰਪਾ ਹੈ। ਮਹਾਰਾਜ ਜੀ ਨੇ ਬੜੀ ਕਿਰਪਾ ਕਰਕੇ ਬਿਰਤੀ ਦਿੱਤੀ ਹੋਈ। ਜੋ ਪੂਜਾ ਕਰਨੀ ਜਾਂ ਸੇਵਾ ਕਰਨੀ ਮਹਾਰਾਜ ਜੀ ਦੀ ਇਹ ਚੰਗੀ ਲੱਗਦੀ ਜਿਹਨੂੰ ਉਹ ਸਮਝੋ ਵੀ ਗੁਰੂ ਸਾਹਿਬ ਜੀ ਦੀ ਕਿਰਪਾ ਹੈ, ਮਹਾਰਾਜ ਜੀ ਦੀ ਪ੍ਰਸੰਨਤਾ ਹੈ ਜੋ ਇਹ ਦਾਤ ਮਿਲੀ ਹੋਈ। ਸੋ ਮਾਖੀ ਚੰਦਨ ਪਰਗਰ ਹੈ, ਮਾਖੀ ਚੰਦਨ ਪਰਗਰ ਹੈ, ਜਹ ਬਗੰਧ ਤਹ ਜਾਏ। ਕਬੀਰ ਸਾਹਿਬ ਦੱਸਦੇ ਜਿਸ ਤਰ੍ਹਾਂ ਮੱਖੀ ਹੁੰਦੀ ਹੈ ਨਾ, ਉਹ ਚੰਦਨ ਦਾ ਜੋ ਰੱਖਿਆ ਹੋਇਆ ਚੰਦਨ ਦੀ ਲੱਕੜੀ ਹੈ, ਚੰਦਨ ਦੀ ਖੁਸ਼ਬੂ ਛਿੜਕੀ ਹੋਏ, ਉਹਦੇ ਉੱਤੇ ਨਹੀਂ ਬੈਠੇਗੀ। ਜਹ ਬਗੰਧ ਤਹ ਜਾਏ, ਜਿੱਥੇ ਗੰਦਗੀ ਹੋਊ ਨਾ ਬਹੁਤੀ, ਮੱਖੀ ਉੱਥੇ ਜਾ ਕੇ ਬਹਿੰਦੀ। ਕਬੀਰ ਪਾਪੀ ਭਗਤ ਨਾ ਭਾਵਈ, ਹਰ ਪੂਜਾ ਨਾ ਸੁਹਾਏ, ਮਾਖੀ ਚੰਦਨ ਪਰਗਰੈ, ਜਹ ਬਗੰਧ ਤਹ ਜਾਏ। ਗੰਦਗੀ ਵਿੱਚ ਜਾ ਕਰਕੇ ਮੱਖੀ ਬੈਠਦੀ ਹੈ। ਸਾਫ ਸੁਥਰੇ ਸਫਾਈ ਵਾਲੇ ਥਾਂ 'ਤੇ ਕਿੱਥੇ ਮੱਖੀ ਬੈਠਦੀ ਭਾਈ। ਸੋ ਇਹ ਹਾਲਤ ਹੁੰਦੀ ਹੈ ਸਾਗਤਾਂ ਦੀ। ਸੋ ਵਿਕਾਰੀ ਪੁਰਸ਼ਾਂ ਦੀ, ਮਾੜੀ ਬਿਰਤੀ ਦੇ, ਪਾਪੀ ਭਗਤ ਨਾ ਭਾਵਈ। ਸੋ ਗੁਰਮੁਖਾਂ ਦੇ ਹਿੱਸੇ ਆਇਆ ਹੋਇਆ ਸਾਰਾ ਕੁਝ। ਗੁਰੂ ਸਾਹਿਬ ਦੀ ਕਿਰਪਾ, ਸਤ ਸੰਗਤ, ਗੁਰੂ ਕੀ ਸੰਗਤ, ਇਹ ਹੈ ਪਾਵਨ ਅਸਥਾਨ ਸਰੋਵਰ ਜਿਹਦੇ ਵਿੱਚ ਇਸ਼ਨਾਨ ਕਰਨਾ ਹੈ। ਸੋ ਬਿਨ ਭਾਗਾਂ ਸਤ ਸੰਗ ਨ ਲੱਭੈ, ਬਿਨ ਸੰਗਤ ਮੈਲ ਭਰੀਜੈ ਜੀਉ। ਬਿਨਾਂ ਭਾਗਾਂ ਤੋਂ ਗੁਰੂ ਕੀ ਸੰਗਤ ਨਹੀਂ ਮਿਲਦੀ। ਸੋ ਇਹ ਪੂਜਾ ਸੇਵਾ ਨਹੀਂ ਮਿਲਦੀ ਹੈ। ਧੂਪ ਦੀਪ ਕਰਨਾ, ਸੋ ਮਹਾਰਾਜ ਜੀ ਵਾਸਤੇ ਭਾਵਨਾ ਬਣਾ ਕਰਕੇ ਪ੍ਰਸ਼ਾਦਾ ਤਿਆਰ ਕਰਨਾ, ਭੋਗ ਲਗਾਉਣਾ, ਇਹ ਅਰਚਨਾ ਹੀ ਹੁੰਦੀ। ਸਾਰਾ ਕੁਝ ਬਾਹਰੀ ਰੂਪ ਵਿੱਚ ਮਨ ਨੂੰ ਜੋੜ ਕਰਕੇ ਸਮਾਂ ਨਾ ਖੁੰਝਣ ਦੇਣਾ, ਨਿਤਨੇਮ ਕਰਨਾ, ਬਹੁਤੀ ਭਾਵਨਾ ਸ਼ਰਧਾ ਦੀ ਖੁਸ਼ਬੂ ਲੈ ਕਰਕੇ ਮਹਾਰਾਜ ਜੀ ਦਾ ਨਾਮ ਅਭਿਆਸ ਕਰਨਾ, ਇਹ ਅੰਦਰ ਦੀ ਪੂਜਾ ਹੈ। ਇਹਨੂੰ ਕਹਿੰਦੇ ਪੰਜਵੀਂ। ਸੋ ਇਸ ਪ੍ਰਕਾਰ ਦੇ ਨਾਲ ਪੰਜਵੀਂ ਭਗਤੀ ਅਰਚਨਾ ਭਗਤੀ। ਗੁਰੂ ਸਾਹਿਬ ਦੇ ਵਾਸਤੇ ਗਰਮੀ ਵਿੱਚ ਗਰਮੀ ਦਾ ਪ੍ਰਬੰਧ ਕਰਨਾ, ਸਰਦੀ ਵਿੱਚ ਸਰਦੀ ਦਾ ਪ੍ਰਬੰਧ ਕਰਨਾ। ਜਦੋਂ ਗਰਮੀ ਆ ਜਾਵੇ ਪੱਖਾ ਝੱਲਣਾ ਮਹਾਰਾਜ ਜੀ ਦਾ ਆਪਣੇ ਹੱਥੀਂ। ਇਹ ਸਾਰੀ ਸੇਵਾ ਗੁਰੂ ਸਾਹਿਬ ਜੀ ਦੀ ਜਿਹਨੂੰ ਪ੍ਰਾਪਤ ਹੋਵੇ। ਆ ਕਈਆਂ ਨੇ ਸ਼ੰਕਾ ਪਾਇਆ ਹੋਇਆ ਮਹਾਰਾਜ ਜੀ ਗਰਮੀ ਸਰਦੀ ਤੋਂ ਰਹਿਤ ਨੇ, ਸਤਿਗੁਰਾਂ ਨੂੰ ਗਰਮੀ ਸਰਦੀ ਨਹੀਂ ਲੱਗਦੀ। ਉਹ ਪ੍ਰਗਟ ਗੁਰਾਂ ਕੀ ਦੇ ਕਾਹਤੋਂ ਕਹਿੰਦੇ ਫਿਰ ਆਪਾਂ। ਸੋ ਬਾਕੀ ਹੈ ਭਾਵਨਾ ਦੀ ਗੱਲ, ਸ਼ਰਧਾ। ਸਕੂਲ ਵਿੱਚ ਪੜ੍ਹਦਿਆਂ ਅਧਿਆਪਕਾਂ ਕੋਲੋਂ ਸਿੱਖਿਆ ਸੀ ਕਿ ਜਦੋਂ ਇਹ ਗਿਆਨ ਦੇਣ ਵਾਲੀ ਕਿਤਾਬ ਜਾਂ ਕਾਪੀ ਹੈ, ਇਹਨੂੰ ਪੈਰ ਲੱਗ ਜਾਣ, ਭੁੰਜੇ ਡਿੱਗ ਜਾਵੇ, ਇਹਨੂੰ ਮੱਥੇ ਨਾਲ ਲਾਉਣਾ।
ਇਹਨੇ ਵਿੱਦਿਆ ਦੇਣੀ ਆਪਾਂ ਨੂੰ, ਜਿਸ ਵਿੱਦਿਆ ਨੂੰ ਸਿੱਖ ਕਰਕੇ ਬੜੀ ਦੂਰ ਤੱਕ ਸੋ ਤਰੱਕੀ ਕਰਨੀ ਹੈ। ਸੋ ਇਸ ਪ੍ਰਕਾਰ ਦੇ ਨਾਲ ਉਹ ਭਾਵਨਾ ਬਣਦੀ ਸੀ। ਜਦੋਂ ਕਿਤੇ ਜੂਠੇ ਹੱਥ ਲੱਗ ਜਾਣੇ, ਕਿਤਾਬ ਨੂੰ ਪੈਰ ਲੱਗ ਜਾਣਾ ਜਾਂ ਥੱਲੇ ਡਿੱਗ ਪੈਣੀ, ਚੁੱਕ ਕੇ ਮੱਥੇ ਨਾ ਲਾਉਣਾ। ਇੰਨੀ ਭਾਵਨਾ ਸ਼ਰਧਾ ਬਣਾ ਕਰਕੇ ਰੱਖਣੀ ਵਿੱਦਿਆ ਦੇ ਵਾਸਤੇ। ਉਹ ਇੱਕ ਕਿਤਾਬ ਸੀ ਸਿਰਫ। ਅਤੇ ਫਿਰ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਨੇ ਹਾਜ਼ਰ ਨਾਜ਼ਰ ਪ੍ਰਗਟ ਗੁਰਾਂ ਕੀ ਦੇਗ ਨੇ ਸਤਿਗੁਰਾਂ ਦਾ ਖਿਆਲ ਆਪਣੇ ਤੋਂ ਪਹਿਲਾਂ ਰੱਖਣਾ। ਗਰਮੀ ਆ ਜਾਵੇ, ਸਰਦੀ ਆ ਜਾਵੇ, ਪ੍ਰਬੰਧ ਕਰਨੇ। ਇਹਦੇ ਨਾਲ ਭਾਵਨਾ ਬਣਦੀ ਹੈ, ਇੱਕ ਰਿਸ਼ਤਾ ਬਣਦਾ ਮਹਾਰਾਜ ਜੀ ਨਾਲ, ਸ਼ਰਧਾ ਬਣਦੀ ਹੈ। ਸਤਿਗੁਰਾਂ ਨੂੰ ਗਰਮੀ ਵਿੱਚ ਰੱਖ ਕਰਕੇ ਬੂਹੇ ਬੰਦ ਕਰ ਦਿਓ, ਆਪ ਏਸੀ ਲਾ ਕੇ ਸੌਂ ਜਾਓ। ਕਿੰਨੀ ਕੁ ਵੱਡੀ ਕਰਤੂਤ ਹੋਵੇਗੀ, ਕਿੰਨੀ ਕੁ ਭਾਵਨਾ ਹੋ ਜਾਵੇ, ਕੀ ਲੈ ਲਵਾਂਗੇ ਸਤਿਗੁਰਾਂ ਤੋਂ। ਸੋ ਪਹਿਲਾਂ ਸਤਿਗੁਰਾਂ ਦਾ ਪ੍ਰਬੰਧ, ਇਹਦੇ ਨਾਲ ਭਾਵਨਾ ਬਣਦੀ, ਸ਼ਰਧਾ ਬਣਦੀ ਹੈ। ਸਤਿਗੁਰੂ ਭਾਵੇਂ ਰਹਿਤ ਨੇ, ਪਰ ਅਸੀਂ ਲੈਣਾ ਮਹਾਰਾਜ ਜੀ ਤੋਂ ਕੁਛ। ਜਦੋਂ ਲੈਣਾ ਹੋਵੇ ਉਦੋਂ ਸੇਵਾ ਕਮਾਈ ਕਰਨੀ ਚਾਹੀਦੀ ਮਹਾਰਾਜ ਜੀ ਦੀ। ਜੇ ਕੁਝ ਬੰਦਗੀ ਕਿਣਕਾ ਲੈਣਾ ਗਾ, ਜੋ ਨਿਸਤਾਰਾ ਕਰਨਾ ਆਪਣੇ ਜੀਵਨ ਦਾ, ਅਤੇ ਭਾਵਨਾ ਸ਼ਰਧਾ ਬਣਾ ਕਰਕੇ ਇਹ ਨਿੱਕੇ ਨਿੱਕੇ ਰੂਪ ਦੇ ਵਿੱਚ ਜਿੰਨੀਆਂ ਹੀ ਸੇਵਾ ਹੋ ਜਾਵੇ, ਇਹ ਲਾਡ ਲਡਾਉਣਾ ਹੁੰਦਾ ਮਹਾਰਾਜ ਜੀ ਦੇ ਨਾਲ। ਸੋ ਧੀਆਂ ਪੁੱਤਰਾਂ ਦੇ ਵਾਂਗੂ, ਇੱਕ ਸਖਾ ਭਰਾਤਾ ਦੇ ਵਾਂਗੂ ਸਾਰੇ ਹੀ ਰਿਸ਼ਤੇ ਹੁੰਦੇ ਨੇ ਮਹਾਰਾਜ ਜੀ ਦੇ ਨਾਲ। ਇਹ ਭਾਵਨਾ ਬਣਦੀ, ਅੰਦਰ ਦੀ ਖੇਡ ਹੁੰਦੀ। ਜੇ ਛੱਡ ਦਿੱਤਾ ਤਾਂ ਸਭ ਕੁਝ ਗਵਾਚ ਜਾਵੇਗਾ। ਸੋ ਇਹ ਤਾਂ ਕਰਕੇ ਬੜਾ ਜ਼ਰੂਰੀ ਹੈ। ਗਰਮੀ ਵਿੱਚ ਗਰਮੀ ਦਾ ਪ੍ਰਬੰਧ ਕਰਨਾ, ਸਰਦੀ ਵਿੱਚ ਸਰਦੀ ਦਾ ਪ੍ਰਬੰਧ ਕਰਨਾ, ਸਾਫ ਸਫਾਈ ਰੱਖਣੀ ਮਹਾਰਾਜ ਜੀ ਦੇ ਪ੍ਰਕਾਸ਼ ਦੀ ਰੁਮਾਲਾ ਸਾਹਿਬ ਦੇ ਹਰੇਕ ਪੱਖੋਂ ਇਹ ਭਾਵਨਾ ਸ਼ਰਧਾ ਨਾਲ ਸੇਵਾ ਕਮਾਈ ਕਰਨੀ। ਇਹਦੇ ਨਾਲ ਬੜਾ ਕੁਝ ਮਿਲਦਾ, ਭਾਵਨਾ ਮਿਲਦੀ ਹੈ, ਸ਼ਰਧਾ ਮਿਲਦੀ ਹੈ। ਭਾਵਨਾ ਤੋਂ ਬਗੈਰ ਬੰਦਗੀ ਨਹੀਂ ਹੁੰਦੀ। ਸੋ ਇਹ ਸਾਰਾ ਕੁਝ ਪੂਜਾ ਅਰਚਾ ਹੀ ਹੁੰਦਾ। ਛੇਵੀਂ ਜੋ ਭਗਤੀ ਦੱਸਦੇ ਨੇ ਉਹ ਬੰਦਨਾ ਭਗਤੀ ਹੁੰਦੀ। ਬੰਦਨ ਕਰਨਾ, ਨਮਸਕਾਰ ਕਰਨੀ, ਬੰਦਨਾ, ਡੰਡੌਤ ਬੰਦਨਾ ਅਨੇਕ ਵਾਰ, ਸਰਬ ਕਲਾ ਸਮਰੱਥ, ਡੋਲਣ ਤੇ ਰਾਖਵ ਪ੍ਰਭੂ, ਨਾਨਕ ਦੇ ਕਰੰਗ ਹੱਥ। ਦੰਡਵਤ ਹੋ ਕਰਕੇ ਬੰਦਨਾ ਕਰਨੀ ਮਹਾਰਾਜ ਜੀ ਨੂੰ। ਇੱਕ ਬਾਹਰੀ, ਇੱਕ ਅੰਤਰੀ। ਇਹ ਵੀ ਦੋ ਪ੍ਰਕਾਰ ਨਾਲ ਹੁੰਦਾ। ਬਾਹਰੀ ਡੰਡੇ ਵਾਂਗੂ ਲੰਮੇ ਹੀ ਪੈ ਜਾਣ, ਦੰਡਵਤ, ਡੰਡੌਤ ਉਹਨੂੰ ਕਹਿੰਦੇ। ਸੋ ਗੁਰੂ ਸਾਹਿਬ ਜੀ ਦੇ ਐਸਾ ਸਤਿਕਾਰ ਕਰਨਾ। ਜਦੋਂ ਦਰਸ਼ਨ ਹੋ ਜਾਣ ਮਹਾਰਾਜ ਜੀ ਦੇ ਨੇਤਰਾਂ ਦੇ ਨਾਲ, ਦੰਡਵਤ ਹੀ ਹੋ ਜਾਣ, ਡੰਡੌਤ ਬੰਦਨਾ ਕਰਨੀ। ਜੋ ਆਪਾਂ ਦੂਜੇ ਤਰੀਕੇ ਨਾਲ ਨਮਸਕਾਰ ਕਰਦੇ, ਅਸ਼ਟਾਂਗ, ਦੋਵੇਂ ਪੈਰ, ਦੋਵੇਂ ਗੋਡੇ, ਹੱਥ, ਦੋਵੇਂ ਨੱਕ, ਮੱਥਾ, ਇਹ ਲੱਗਦਾ ਜ਼ਮੀਨ ਦੇ ਨਾਲ। ਇਹ ਵੀ ਸੋ ਠੀਕ ਹੈ। ਜਿਸ ਤਰ੍ਹਾਂ ਨਮਸਕਾਰ ਕਰਦੇ ਹਾਂ, ਭਾਵਨਾ ਹੈ ਸ਼ਰਧਾ ਨਾਲ ਕਰਨਾ ਵੀ ਮਸਤਕ ਨਿਵਾਉਣਾ ਹੈ ਅਤੇ ਗੁਰੂ ਚਰਨਾਂ 'ਤੇ ਮਸਤਕ ਨਿਵਾਉਣ ਦਾ ਇਹ ਭਾਵ ਹੁੰਦਾ ਮਹਾਰਾਜ ਤਨ ਮਨ ਧਨ ਸਭ ਕੁਝ ਤੁਹਾਡਾ, ਮੇਰਾ ਹੈ ਹੀ ਕੁਛ ਨਹੀਂ। ਮੇਰਾ ਮੁਝ ਮੈਂ ਕਿਛ ਨਹੀਂ, ਜੋ ਕਿਛ ਹੈ ਸੋ ਤੇਰਾ। ਮੱਥਾ ਟੇਕਣਾ, ਨਮਸਕਾਰ ਕਰਨ ਦਾ ਗੁਰੂ ਸਾਹਿਬ ਨੂੰ ਮਤਲਬ ਤਾਂ ਇਹ ਹੈ ਵੀ ਸਭ ਕੁਝ ਤੁਹਾਡਾ, ਸੀਸ ਵੀ ਤੁਹਾਡਾ, ਤੁਹਾਡੀ ਰਹਿਮਤ ਰਵੇ, ਤੁਹਾਡਾ ਹੱਥ ਰਵੇ। ਪਰ ਅਸਲ ਦੇ ਵਿੱਚ ਇਹ ਗਿਆਨ ਨਾ ਹੋਣ ਕਰਕੇ ਬਿਲਕੁਲ ਇੱਕ ਮਰਜ਼ਾਦਾ ਜੀ ਰਹਿ ਜਾਂਦੀ ਹੈ। ਜਦੋਂ ਗਿਆਨ ਹੋ ਜਾਵੇ ਫਿਰ ਪਤਾ ਲੱਗਦਾ, ਫਿਰ ਸਭ ਕੁਝ ਹੀ ਪ੍ਰਾਪਤ ਹੋਣਾ ਸ਼ੁਰੂ ਹੋ ਜਾਂਦਾ। ਗੁਰੂ ਦੇ ਦਰਸ਼ਨ ਕਰਦਿਆਂ ਹੀ ਪ੍ਰਾਪਤੀ ਸ਼ੁਰੂ ਹੋ ਜਾਂਦੀ। ਫਿਰ ਜਦੋਂ ਗਿਆਨ ਹੋ ਜਾਵੇ, ਭਾਵਨਾ ਬਣ ਜਾਵੇ ਅੰਦਰ ਵੀ ਗੱਲ ਤੇ ਆ ਗਏ, ਸਤਿਗੁਰਾਂ ਨੂੰ ਅਰਪਣ ਕਰਨਾ ਆਪਣਾ ਭਾਵ, ਹੰਕਾਰ ਵੀ, ਹਉਮੈ ਵੀ, ਸਭ ਕੁਝ ਹੀ ਦੇ ਦੇਣਾ ਮਹਾਰਾਜ ਜੀ, ਹੈ ਹੀ ਕੁਛ ਨਹੀਂ ਅੰਦਰ, ਬਸ ਖਾਲੀ ਜੀਰੋ। ਆਪਾਂ ਭਾਵ ਅਰਪਣਾ ਸਤਿਗੁਰਾਂ ਨੂੰ ਦੇਣਾ ਹੀ ਨਮਸਕਾਰ ਹੈ। ਅੰਤਰੇਵ, ਬਾਹਰੀ ਰੂਪ ਵਿੱਚ ਡੰਡੌਤ ਬੰਦਨ ਕਰਨਾ, ਇਹਨੂੰ ਬੰਦਨਾ ਭਗਤੀ ਕਹਿੰਦੇ। ਨਮਸਕਾਰ ਕਰਨੀ ਬਾਰ ਬਾਰ। ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਸਤਿਗੁਰੂ ਹਰੇਕ ਵੇਲੇ ਤਵੈ ਪ੍ਰਸਾਦ ਨਮਸਕਾਰ ਕਰਿਆ ਹੀ ਕਰਦੇ, ਤੁਹਾਡੀ ਕਿਰਪਾ ਨਾਲ। ਵਸਤਰ ਪਹਿਨਣੇ ਹੈ, ਘੋੜੇ 'ਤੇ ਚੜ੍ਹਨਾ ਹੈ, ਪ੍ਰਸ਼ਾਦਾ ਛਕਣਾ ਹੈ, ਸ਼ਸਤਰ ਪਹਿਨਣਾ ਹੈ, ਹਰੇਕ ਸਮੇਂ ਤਵੈ ਪ੍ਰਸਾਦ। ਇਹ ਵੀ ਭਗਤੀ ਹੁੰਦੀ।
ਹਮੇਸ਼ਾ ਹੀ ਨਮਸਕਾਰ ਵਿੱਚ ਹੀ ਰਹਿਣਾ ਮਹਾਰਾਜ ਜੀ ਦੇ, ਬਾਰ-ਬਾਰ ਨਮਸਕਾਰ ਕਰਨੇ। ਜਿੱਥੋਂ ਕਿਤੇ ਮਹਾਰਾਜ ਜੀ ਦਾ ਸਵਾਰਾ ਜਾ ਰਿਹਾ ਆ ਗੱਡੀਆਂ 'ਚੋਂ ਨਹੀਂ ਉਤਰਦੇ, ਜਿਹਨੇ ਦਿੱਤਾ ਹੋਇਆ ਸਾਰਾ ਕੁਝ ਮਾਲਕ ਨੇ, ਉੱਥੇ ਹੀ ਮਾੜਾ ਜਿਹਾ ਸਿਰ 'ਤੇ ਹੱਥ ਰੱਖ ਲੈਂਦੇ ਜਾਂ ਰੁਮਾਲ ਰੱਖ ਕਰਕੇ ਗੱਡੀ ਦੇ ਵਿੱਚੋਂ ਹੀ ਮੱਥਾ ਮਾੜਾ ਜਿਹਾ ਟੇਕ ਕੇ ਫਰਜ਼ ਪੂਰਾ ਕਰ ਦਿੰਦੇ। ਸਤਿਕਾਰ ਥੋੜ੍ਹੀ ਮਹਾਰਾਜ ਜੀ ਦਾ। ਜਿੱਥੇ ਸਵਾਰਾ ਦਿਸ ਪਵੇ ਮਹਾਰਾਜ ਜੀ ਦਾ, ਗੱਡੀ ਡੱਕ ਦਿਓ, ਹੱਲੇ ਨਾਲ ਥੱਲੇ ਉਤਰੋ, ਪੈਰ ਨੰਗੇ ਹੋਣ, ਹੱਥ ਜੋੜ ਕੇ ਖਲੋ ਜਾਣਾ, ਮਹਾਰਾਜ ਜੀ ਜਾ ਰਹੇ ਨੇ। ਇਹਨੂੰ ਕਹਿੰਦੇ ਸਤਿਕਾਰ। ਡੰਡੌਤ ਬੰਦਨਾ ਬੰਧਨ ਭਗਤੀ, ਇਹ ਵੀ ਜਿੰਨੀ ਹੋ ਸਕੇ ਉਨੀਓ ਹੀ ਕਰਨੀ। ਜਿੱਥੇ ਵੀ ਮਹਾਰਾਜ ਜੀ ਦਾ ਸਵਾਰਾ ਮਿਲ ਪਵੇ, ਮੋਟਰਸਾਈਕਲ ਹੋਵੇ, ਉੱਥੇ ਹੀ ਡੱਕ ਦਿਓ ਦੂਰੋਂ ਦੇਖ ਕੇ। ਸੋ ਚੜ੍ਹੇ ਜਾਂਦੇ ਨਮਸਕਾਰ ਕਰਨੀ ਅਤੇ ਬਿਲਕੁਲ ਮਹਾਰਾਜ ਜੀ ਦਾ ਨਿਰਾਦਰ ਕਰਨਾ ਵੀ ਸਾਨੂੰ ਪ੍ਰਵਾਹ ਕੋਈ ਨਹੀਂ, ਕੋਈ ਵੱਡੀ ਗੱਲ ਨਹੀਂ ਬਹੁਤੀ ਵੀ ਮਹਾਰਾਜ ਆ ਰਹੇ, ਸਾਰੇ ਕੋਈ ਵੱਡੀ ਗੱਲ, ਜਾਂਦੇ ਰਹਿੰਦੇ ਮਹਾਰਾਜ। ਕਈਆਂ ਘਰਾਂ ਦੇ ਵਿੱਚ ਇਹ ਆਪਣੇ ਮਨ ਵਿੱਚ ਇਹ ਬਣ ਜਾਂਦਾ ਵੀ ਇਹ ਕਿਹੜੀ ਵੱਡੀ ਗੱਲ ਬਹੁਤੀ, ਇਹ ਸਤਿਕਾਰ ਨਹੀਂ ਹੈ, ਪਰ ਲੈ ਵੀ ਕੁਛ ਨਹੀਂ ਸਕਦੇ ਵੀ ਕੀ ਲੈ ਲਵਾਂਗੇ, ਕੁਛ ਨਹੀਂ ਪ੍ਰਾਪਤ ਹੋਣਾ ਭਾਈ। ਜਿੰਨੀ ਭਾਵਨਾ ਬਣਾ ਲਓ, ਸ਼ਰਧਾ ਬਣਾ ਲਓ, ਗੁਰੂ ਸਾਹਿਬ ਦਾ ਸਤਿਕਾਰ ਬਿਲਕੁਲ ਬਹੁਤ ਉੱਚੀ ਅਵਸਥਾ ਵਿੱਚ ਹੋ ਕਰਕੇ ਕਰਨਾ। ਇਹ ਡੰਡੌਤ ਬੰਦਨਾ ਭਗਤੀ ਇਸ ਪ੍ਰਕਾਰ ਨਾਲ ਇਹ ਨਮਸਕਾਰ ਕਰਨਾ, ਮਹਾਰਾਜ ਜੀ ਨੂੰ ਸਤਿਕਾਰ ਕਰਨਾ, ਇਹਨੂੰ ਛੇਵੀਂ ਭਗਤੀ ਮੰਨਿਆ ਗਿਆ। ਇਹਦੇ ਵਿੱਚ ਕੱਲ੍ਹ ਨੂੰ ਹੋਰ ਹਾਜ਼ਰੀ ਭਰਾਂਗੇ ਗੁਰੂ ਸਾਹਿਬ ਜੀ ਦੀ ਕਿਰਪਾ ਦੇ ਨਾਲ। ਅੱਜ ਦਾ ਸਮਾਂ ਸਮਾਪਤ ਹੋਇਆ। ਸਤਿਗੁਰੂ ਰਹਿਮਤ ਰੱਖਣ, ਸਭ ਸੰਗਤਾਂ ਦੀ ਹਾਜ਼ਰੀ ਪ੍ਰਵਾਨ ਕਰਨ, ਪਾਵਨ ਉਪਦੇਸ਼ ਹਿਰਦੇ ਵਿੱਚ ਵਸ